गुरना बहुत बहुत शुक्रिया, बहुत मेहरबानी। इन्ने शॉर्ट नोटिस ते तू बड़ी सोहनी कहानी सुनाई सानू शेख सादी दी किताब गुलिस्तान विचों। बहुत शुक्रिया। अगलियां होर भी स्टोरियां चंगियां जिहियां तैयारियां करके रखो ताकि ਅਸੀਂ ਇਹ ਦੁਬਾਰਾ ਇਹ ਸਿਲਸਿਲਾ ਜਾਰੀ ਰੱਖ ਸਕੀਏ। ਅੱਛਾ, ਇਹਦੇ ਵਿੱਚ ਹੋਇਆ ਇਸ ਨਾ ਕਿ ਜਦੋਂ ਕੁਝ ਦਿਨ ਪਹਿਲੇ ਅਸੀਂ ਤਿਆਰੀ ਕਰਦੇ ਪਏ ਸੀ ਇਹ ਸਟੋਰੀਆਂ ਪੜ੍ਹਨ ਦੀਆਂ ਮਸਨਵੀ ਚੋਂ, ਤੇ ਸਾਡੇ ਇੱਥੇ ਮੁxtਲਿਫ ਕਿਤਾਬਾਂ ਦੇਖਦੇ ਪਏ ਸੀ ਅਸੀਂ, ਤੇ ਸਾਡੇ ਉਸਤਾਦ ਨੇ ਸੈयद ਉਜ਼ੈਰ ਅਬਦੁੱਲਾ ਕਾਦਰੀ ਸਾਹਿਬ, ਤੇ ਉਹਨਾਂ ਨਾਲ ਗੁਫ਼ਤਗੂ ਚੱਲਦੀ ਪਈ ਸੀ ਤੇ ਮੈਂ ਕਿਤਾਬ ਲੈ ਕੇ ਆਇਆ ਤੇ ਉਹਦਾ ਟਾਈਟਲ ਸੀ ਦਾ ਰੋਮਾਂਟਿਕ ਇਮੈਜੀਨੇਸ਼ਨ। ਉਹ ਮੈਂ ਉਹਨਾਂ ਨੂੰ ਦਿਖਾਈ ਤੇ ਉਹ ਬੜਾ ਹੱਸੇ, ਤੇ ਉਹਨਾਂ ਨੇ ਲਿਖਿਆ ਅੱਗੋਂ ਕਿ ਇਮੈਜੀਨੇਸ਼ਨ ਇਜ਼ ਆਲਵੇਜ਼ ਰੋਮਾਂਟਿਕ ਐਂਡ ਕੰਪਲੈਕਸ, ਰਿਐਲਿਟੀ ਇਜ਼ ਆਲਵੇਜ਼ ਸਿੰਪਲ। ਤੇ ਮੈਂ ਉਹਨਾਂ ਨੂੰ ਆਖਿਆ ਕਿ ਸੈयद ਬਾਦਸ਼ਾਹ, ਸਿੰਪਲ ਨਹੀਂ ਸਾਨੂੰ ਚੀਜ਼ ਚਾਹੀਦੀ, ਸਾਨੂੰ ਜ਼ਰਾ ਕੰਪਲੈਕਸ ਚੀਜ਼ ਚਾਹੀਦੀ। ਤੇ ਉਹਨਾਂ ਨੇ ਆਖਿਆ ਅੱਗੋਂ ਕਿ ਆਈ ਨੋ ਬਟ ਸਿੰਪਲ ਇਜ਼ ਬੈਟਰ। ਨਾਲ ਅੱਗੋਂ ਉਹਨੇ ਫਿਰ ਹੋਰ ਆਖਿਆ ਕਿ ਕੌਸਰ, ਟਰਾਈ ਇਟ ਫॉर few weeks, you will have ਨਸ਼ਾ of simplicity। ਤੇ ਅੱਜ ਮੈਂ ਆਪਣੀ ਕਹਾਣੀਆਂ ਨਾ ਸੈयद ਉਜ਼ੈਰ ਅਬਦੁੱਲਾ ਕਾਦਰੀ ਸਾਹਿਬ ਨੂੰ ਡੈਡੀਕੇਟ ਕਰਦੇ ਹੋਏ ਥੋੜਾ ਅੱਗੇ ਵਧਣਾ। ਤੇ ਇੱਕ ਦੋ ਹਫ਼ਤੇ ਪਹਿਲੇ ਤੈਮੂਰ ਸਾਹਿਬ ਨੇ ਮੈਨੂੰ ਆਖਿਆ ਕਿ ਇੱਥੇ ਇੱਕ ਲਾਹੌਰ ਵਿੱਚ ਸਕੂਲ ਹੈਗਾ ਜਹਾਨ ਏ ਜਹਾਨ ਆਰਾ, ਉੱਥੇ ਜਾ ਕੇ ਬੱਚਿਆਂ ਨੂੰ ਕਹਾਣੀਆਂ ਸੁਣਾਇਆ। ਮੈਂ ਕਿਹਾ ਠੀਕ ਹੈ ਜੀ, ਸੁਣਾ ਦੇਣੇ। ਤੇ ਇਹ ਸ਼ਾਹ ਜੀ ਦੀ ਗੱਲ ਇਹ ਨਹੀਂ ਸੀ ਕਿ ਜਿਹੜੀ ਸਿੰਪਲਿਸਿਟੀ ਦਾ ਨਸ਼ਾ ਹੈ ਉਹਨੂੰ ਥੋੜਾ ਜਿਹਾ ਟੇਸਟ ਕਰਨਾ, ਤੇ ਉਹ ਬੱਚਿਆਂ ਕੋਲ ਚਲੇ ਗਏ ਉਹਨੂੰ ਕਹਾਣੀਆਂ ਸੁਣਾਉਣ ਵਾਸਤੇ। ਤੇ ਬੱਚਿਆਂ ਨੂੰ ਮਸਨਵੀ ਚੋਂ ਜਿਹੜੀ ਕਹਾਣੀ ਸਭ ਤੋਂ ਜ਼ਿਆਦਾ ਪਸੰਦ ਆਈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ। ਬੱਚਿਆਂ ਨੂੰ ਇਹ ਸਟੋਰੀ ਸੁਣਾਈ ਕਿ ਤਿੰਨ ਬੱਚੇ ਸੀ। ਇੱਕ ਬੱਚੇ ਨੇ ਪਾਇਆ ਸੀ ਔਰੇਂਜ ਕੱਪੜੇ ਪਾਏ ਸੀ, ਇੱਕ ਨੇ ਪਾਇਆ ਸੀ ਗ੍ਰੀਨ ਕੱਪੜੇ, ਤੇ ਇੱਕ ਨੇ ਪਾਇਆ ਸੀ ਰੈੱਡ ਕੱਪੜੇ। ਸੋ ਇੱਕ ਬੱਚੇ ਨੇ ਔਰੇਂਜ ਕੱਪੜੇ ਪਾਏ ਨੇ, ਇੱਕ ਨੇ ਪਾਏ ਨੇ ਗ੍ਰੀਨ ਕੱਪੜੇ, ਤੇ ਇੱਕ ਨੇ ਪਾਏ ਨੇ ਰੈੱਡ ਕੱਪੜੇ। ਤਾਂ ਮੈਂ ਕਹਾਣੀ ਇਹ ਸੁਣਾਈ ਜੀ ਕਿ ਤਿੰਨ ਮੱਛੀਆਂ ਸੀ ਤੇ ਉਹ ਇੱਕ ਨਹਿਰ ਵਿੱਚ ਸਫ਼ਰ ਕਰਦੀਆਂ ਪਈਆਂ ਸੀ। ਤੇ ਜਿਸੇ ਉਹ ਘਰੋਂ ਨਿਕਲੀਆਂ ਬਾਹਰੋਂ ਤੇ ਉਹਨਾਂ ਦੀ ਨਾਨੀ ਨੇ ਕਿਹਾ ਵੀ ਛੇਤੀ ਛੇਤੀ ਘਰ ਵਾਪਸ ਆ ਜਾਣਾ, ਰਾਤੀ ਤੁਹਾਨੂੰ ਆ ਕੇ ਮੈਂ ਕਹਾਣੀ ਸੁਣਾਵਾਂਗੀ। ਮੱਛੀਆਂ ਦੀ ਨਾਨੀ ਨੇ ਕਿਹਾ ਘਰੋਂ ਛੇਤੀ ਛੇਤੀ ਆ ਜਾਣਾ, ਮੈਂ ਤੁਹਾਨੂੰ ਵਾਪਸ ਆ ਕੇ ਤੇ ਕਹਾਣੀਆਂ ਸੁਣਾਵਾਂਗੀ। ਤੇ ਜਿਉਂ ਹੀ ਮੱਛੀਆਂ ਤਿੰਨ ਜਿਹੜੀਆਂ ਉਹ ਨਹਿਰ ਵਿੱਚ ਗਈਆਂ ਤੇ ਉਹ ਨਜ਼ਰ ਆਇਆ ਕਿ ਨਹਿਰ ਦੇ ਕਿਨਾਰੇ ਇੱਕ ਸ਼ਿਕਾਰੀ ਖਲੋਤਾ, ਔਰ ਉਹਨੇ ਕੰਡਾ ਤਿਆਰ ਰੱਖਿਆ, ਨਾਲ ਉਹਨੇ ਜਾਲ ਪਾਇਆ। ਸ਼ਿਕਾਰੀ ਵੀ ਬੜਾ ਸਿਆਣਾ ਸੀ। ਸ਼ਿਕਾਰੀ ਨੇ ਕਿਹਾ ਕਿ ਮੈਂ ਮੱਛੀਆਂ ਕੰਡੇ ਨਾਲ ਨਹੀਂ ਫੜਨੀਆਂ, ਜਾਲ ਨਾਲ ਫੜਨੀ। ਹੁਣ ਉਹਨੇ ਸ਼ਿਕਾਰ ਜਾਲ ਪਾ ਕੇ ਤਿੰਨੇ ਮੱਛੀਆਂ ਨੂੰ ਫੜ ਲਿਆ। ਹੁਣ ਜਿਹੜੇ ਤਿੰਨ ਬੱਚੇ ਬੈਠੇ ਸੀ, ਇੱਕ ਬੱਚੇ ਨੇ ਲਾਲ ਕੱਪੜੇ ਪਾਏ, ਇੱਕ ਔਰੇਂਜ ਤੇ ਇੱਕ ਸਬਜ਼। ਤੇ ਮੈਂ ਕਿਹਾ ਜੀ ਇੱਕ ਜਿਹੜੀ ਮੱਛੀ ਹੈ ਨਾ ਉਹ ਲਾਲ ਰੰਗ ਦੀ ਹੈ, ਇੱਕ ਮੱਛੀ ਜਿਹੜੀ ਸਬਜ਼ ਰੰਗ ਦੀ ਹੈ, ਤੇ ਇੱਕ ਮੱਛੀ ਜਿਹੜੀ ਹੈ ਉਹ ਔਰੇਂਜ ਰੰਗ ਦੀ। ਹੁਣ ਬੱਚੇ ਮੈਨੂੰ ਧਿਆਨ ਕਰਨ ਕਿ ਜੀ ਅਸੀਂ ਮੱਛੀਆਂ ਬਣ ਗਈਆਂ। ਮੈਂ ਕਿਹਾ ਬਿਲਕੁਲ ਤੁਸੀਂ ਮੱਛੀਆਂ ਬਣ, ਬਿਲਕੁਲ। ਉਹਨੇ ਜੀ ਫੇਰ ਹੁਣ ਕੋਈ ਜਿਹੜਾ ਸ਼ਿਕਾਰੀ ਸੀ ਨਾ ਉਹਨੇ ਆਖਿਆ ਵੀ ਗੱਲ ਸੁਣੋ, ਫੜ ਤੇ ਮੈਂ ਤੁਹਾਨੂੰ ਲਿੱਤਾ, ਤੁਸੀਂ ਆਈ ਹੋ ਛੋਟੀ ਹੋ, ਤੇ ਮੈਂ ਤੈਨੂੰ ਛੱਡ ਸਕਦਾ ਅਗਰ ਮੈਂ ਤੁਸੀਂ ਕੋਈ ਚੰਗੀਆਂ ਜੀ ਕਹਾਣੀਆਂ ਸੁਣਾ। ਤੁਸੀਂ ਉਹਨੇ ਕਿਹਾ ਜੀ ਅਸਾਨਾ ਜਾਣ ਦਿਓ, ਅਸੀਂ ਆਪਣੀ ਨਾਨੀ ਕੋਲ ਜਾ ਕੇ ਰਾਤੀ ਕਹਾਣੀਆਂ ਸੁਣੀ। ਉਹਨੇ ਕਿਹਾ ਉਹਦੇ ਅੱਗੋਂ ਸੁਣਨੀ ਹੈ ਨਾ ਨਾਨੀ ਕੋਲੋਂ, ਜਿਹੜੀ ਪਹਿਲੇ ਸੁਣ ਕੇ ਆਏ ਸੀ ਉਹ ਤਾਂ ਇੱਕ ਇੱਕ ਮੈਨੂੰ ਸੁਣਾਓ, ਅਗਰ ਉਹ ਚੰਗੀਆਂ ਹੋਈਆਂ ਤਾਂ ਮੈਂ ਤੈਨੂੰ ਛੱਡ ਦਿਆਂ। ਉਹਨੇ ਕਿਹਾ ਠੀਕ ਹੈ ਜੀ, ਤੁਹਾਨੂੰ ਛੱਡ ਦਿਆਂਗੇ ਅਸੀਂ। ਤੇ ਉਸ ਤੋਂ ਬਾਅਦ ਉਹਨੇ ਕਿਹਾ ਜੀ ਜਿਹੜੀ ਸੀ ਲਾਲ ਰੰਗ ਦੀ ਮੱਛੀ, ਉਹਨੇ ਕਿਹਾ ਜੀ ਐਸਾ ਨਹੀਂ ਕਿ ਮੇਰੀ ਨਾਨੀ ਤਾਂ ਨਹੀਂ, ਮੇਰੀ ਫੁੱਫੀ ਨੇ ਮੈਨੂੰ ਕਹਾਣੀ ਸੁਣਾਈ ਸੀ। ਉਹ ਕੀ ਸੁਣਾਈ ਸੀ? ਉਹਨੇ ਇਹ ਸੁਣਾਈ ਸੀ ਕਿ ਇੱਕ ਦਫਾ ਸਰਕਸ ਵਿੱਚ ਹਿੰਦੁਸਤਾਨ ਤੋਂ ਇੱਕ ਬੰਦਾ ਕੋ ਬੜਾ ਵੱਡਾ ਜਾਨਵਰ ਲੈ ਕੇ ਆਇਆ। ਬੜਾ ਵੱਡਾ ਜਾਨਵਰ ਲੈ ਆਇਆ ਤੇ ਉਹਨੇ ਸਰਕਸ ਦੇ ਸਾਰੇ ਬੂਹੇ ਬੰਦ ਕਰਤੇ, ਅੰਦਰ ਹਨੇਰਾ ਕਰਤਾ, ਤੇ ਉਹਨੇ ਕਿਹਾ ਜੀ ਕਿ ਇਹ ਸਰਕਸ ਹੈ ਤੇ ਇਹਦੇ ਅੰਦਰ ਇੱਕ ਜਾਨਵਰ ਹੈ, ਤੇ ਇੱਕ ਇੱਕ ਬੰਦਾ ਆਵੇ ਤੇ ਜਾ ਕੇ ਦੇਖੇ ਤੇ ਦੱਸੇ ਕੀ ਹੈਗਾ ਵਿੱਚ। ਤੇ ਇੱਕ ਬੱਚਾ, ਮੈਂ ਕਿਹਾ ਇੱਕ ਬੱਚਾ ਜਿਹਨੇ ਲਾਲ ਕੱਪੜੇ ਪਾਏ ਸੀ, ਉਹ ਅੰਦਰ ਗਿਆ ਤੇ ਉਹਨੇ ਐਸਾ ਲੱਗਾ, ਉਹਨੇ ਹੱਥ ਲਾਇਆ
ਤੇ ਉਹਨੂੰ ਲੱਗਾ ਕਿ ਇਹ ਕੋਈ ਵੱਡੀ ਜਿਹੀ ਚੀਜ਼ ਹੈਗੀ ਹੈ ਜਿਹੜੀ ਹਿਲਦੀ ਹੈ ਪੱਖੇ ਨਾਲ। ਉਹਨੇ ਪੱਖੇ ਨੂੰ ਲਾਇਆ ਕਿ ਵੱਡਾ ਆ ਪੱਖਾ ਹੈ, ਪੱਖੇ ਕਿੰਨਾ ਹਿਲਦਾ ਵੀ ਏ। ਤੇ ਅੱਛਾ, ਉਹਨੇ ਕਿਹਾ ਜੀ ਪੱਖੇ ਕਿੰਨਾ ਹਿਲਦੀ ਵੀ ਏ। ਇਹ ਤੇ ਪੱਖੇ ਵਾਲਾ ਕੋਈ ਜਾਨਵਰ ਹੈਗਾ, ਪੱਖਾ ਮੋਰ ਵੀ ਹੋ ਸਕਦਾ, ਹੋਰ ਵੀ ਕੁਛ ਹੈ ਸਕਦੀ, ਮਗਰ ਕੋਈ ਪੱਖਾ ਹੈ। ਉਹਨੇ ਬਾਹਰ ਆ ਕੇ ਕਿਹਾ, ਜਿਹਨੇ ਲਾਲ ਕੱਪੜੇ ਪਾਏ ਸੀ, ਕਿ ਜੀ ਇਹ ਤੇ ਪੱਖੇ ਵਾਲਾ ਕੋਈ ਜਾਨਵਰ ਏ। ਹੁਣ ਜਿਹੜਾ ਸਾਹਮਣੇ ਬੱਚੇ ਬੈਠੇ ਸੀ, ਉਹਨੇ ਜੋ ਲਾਲ ਰੰਗ ਦਾ ਸੀ, ਉਹ ਬੜਾ ਖੁਸ਼ ਹੋਇਆ ਕਿ ਜੀ ਮੈਂ ਉੱਡ ਕੇ ਇੱਥੋਂ ਉੱਡ ਕੇ ਚਲਾ ਗਿਆ ਸਰਕਸ ਹੀ ਮੈਂ ਚਲਾ ਗਿਆ ਜਾਨਵਰ, ਤੇ ਜਾਨਵਰ ਦਾ ਪੱਖਾ ਦੇ ਰਿਹਾ। ਦੂਜਾ ਬੱਚਾ ਜਿਹੜਾ ਸੀ, ਉਹ ਸਬਰ ਕੱਪੜੇ ਪਾਏ ਸੀ, ਉਹ ਅੰਦਰ ਗਿਆ ਤੇ ਉਹਨੇ ਕਿਹਾ ਜੀ, ਉਹਨੇ ਜੇ ਅੰਦਰ ਜਾ ਕੇ ਦੇਖਿਆ ਤੇ ਉਹਨੂੰ ਐਸਾ ਲੱਗਾ ਕਿ ਇਸਦਾ ਵੱਡਾ ਦਰਖਤ ਹੁੰਦਾ ਹੈ ਤੇ ਉਹਦਾ ਵੱਡਾ ਜਿਹਾ ਟਾਹਣ ਹੁੰਦਾ ਥੱਲੇ, ਜਿੱਥੇ ਟਰੰਕ ਹੁੰਦਾ, ਉਹਨੂੰ ਹੱਥ ਪਿਆ। ਉਹਨੇ ਬਾਹਰ ਆ ਕੇ ਕਿਹਾ ਵੀ ਇਹ ਤੇ ਕੋਈ ਵੱਡਾ ਦਰਖਤ ਹੈ। ਠੀਕ। ਤੀਸਰਾ ਬੱਚਾ ਗਿਆ ਤੇ ਉਹਨੇ ਕਿਹਾ ਜੀ ਪਲਾਸਟਿਕ ਦਾ ਪਾਈਪ ਹੈ, ਇਹ ਹਿਲਦਾ ਵੀ ਹੈ ਤੇ ਪਾਣੀ ਸ਼ਾਨੀ ਵੀ ਆ ਰਿਹਾ। ਹੁਣ ਬਾਹਰ ਤਿੰਨੇ ਬੱਚੇ ਆ ਕੇ ਸੋਚਦੇ ਪਏ ਨੇ ਕਿ ਜੀ ਮੈਂ ਤੇ ਦੇਖਿਆ ਵੱਡਾ ਜਿਹਾ ਪਲਾਸਟਿਕ ਦਾ ਪਾਈਪ, ਮੈਂ ਦੇਖਿਆ ਲੱਕੜੀ ਦਾ ਵੱਡਾ ਜਿਹਾ ਕੋਈ ਦਰਖਤ ਦਾ ਥੱਲੇ ਵਾਲਾ ਹਿੱਸਾ, ਔਰ ਤੀਸਰੇ ਬੱਚੇ ਨੇ ਕਿਹਾ ਮੈਂ ਪੱਖਾ ਦੇਖਿਆ। ਹੁਣ ਜਦੋਂ ਮੈਂ ਤਿੰਨੇ ਬੱਚਿਆਂ ਨੂੰ ਪੁੱਛਿਆ, ਹਾਂ ਵੀ ਤੁਸੀਂ ਕੀ, ਤੁਹਾਡਾ ਕੀ ਖਿਆਲ ਹੈ, ਕੀ ਦੇਖਿਆ? ਤੇ ਉਹ ਥੋੜੇ ਦੇਰ ਬਾਅਦ ਮਸ਼ਵਰਾ ਕਰਕੇ ਉਹਨੇ ਦੱਸਤਾ ਕਿ ਜੀ ਅਸੀਂ ਤੇ ਹਾਥੀ ਦੇਖਿਆ। ਸੋ ਦੇ ਹੈਵ ਅਰਾਈਵਡ ਐਟ ਦ ਕਨਕਲੂਜਨ ਕਿ ਉਹ ਹਾਥੀ ਦੇਖਿਆ। ਤੇ ਉਹ ਸ਼ਿਕਾਰੀ ਨੇ ਇੱਕ ਜਿਹੜਾ ਸੀ ਮੱਛੀ ਜਿਹੜੀ ਸੀ, ਉਹ ਉਹਨੇ ਛੱਡਤੀ ਕਿ ਵੀ ਤੇਰੀ ਕਹਾਣੀ ਬੜੀ ਚੰਗੀ ਹੈ ਤੇ ਤੂੰ ਬਿਲਕੁਲ ਸਹੀ ਹੈ, ਤੇ ਤੁਸੀਂ ਅੱਗੇ ਚੱਲੋ। ਕਿੰਨਾ ਟਾਈਮ ਹੈ ਫਿਰ? 8:26। हाँ, so we have 10 more minutes approximate। ठीक, हाँ ठीक, सही हो गई, बिल्कुल ठीक। अच्छा, ਉਹ ਬੱਚੇ ਨੂੰ ਛੱਡਤਾ ਉਹਨਾਂ ਨੇ ਕਿ ਜੀ ਇਹ ਵੀ ਸਹੀ ਹੈ, ਇਸ ਨਾਲ ਇਹ ਵੀ ਠੀਕ ਹੈ। ਤੇ ਹੁਣ ਦੂਜੇ ਬੱਚੇ ਦੀ ਕਹਾਣੀ ਅਸੀਂ ਸੁਣਾਉਂਦੇ ਹਾਂ। ਦੂਜੇ ਬੱਚੇ ਦੀ ਕਹਾਣੀ ਅਸੀਂ ਥੋੜਾ ਜਿਹਾ ਅਸੀਂ ਵਾਪਸ ਜਾਂਦੇ ਹਾਂ ਕਿ ਜਿਸਲੇ ਅਸੀਂ ਚੂਜ਼ ਕਰਦੇ ਪਏ ਅਸੀਂ ਮਸਨਵੀ ਚੋਂ ਕਹਾਣੀ, ਔਰ ਇਹ ਸਾਡੇ ਜ਼ਹਨ ਵਿੱਚ ਹੈਗਾ ਸੀ ਕਿ ਸਿੰਪਲ ਇਜ਼ ਬੈਟਰ, ਜਾਂ ਵੀ ਹੈਵ ਟੂ ਟੇਕ ਦ ਨਸ਼ਾ ਆਫ ਸਿੰਪਲਿਸਿਟੀ। ਤੇ ਅਸੀਂ ਸਿੰਪਲ ਦੇਖਦੇ ਹਾਂ ਕਿ ਮੌਲਾਨਾ ਰੂਮ ਨੇ ਮਸਨਵੀ ਦੇ ਵਿੱਚੋਂ ਜਿਹੜੀ ਲਿੱਤੀਆਂ ਉਹਨਾਂ ਨੇ ਕਹਾਣੀਆਂ ਲਿੱਤੀਆਂ ਨੇ, ਉਹਨਾਂ ਦਾ ਮਾਹਜ਼ ਕੀ ਹੈ, ਉਹ ਕਿੱਥੋਂ ਉਹਨਾਂ ਨੇ ਵਿੱਚੋਂ ਚੂਜ਼ ਕੀਤਾ। ਤੇ ਪਹਿਲੀ ਕਿਤਾਬ ਹੈ ਉਹਨਾਂ ਦੀ, ਤੇ ਸਫਾ ਨੰਬਰ 115। ਉਹਦੇ ਚੋਂ ਸਮਝਾਉਣਾ ਚਾਹੁੰਦੇ ਨੇ ਸਾਨੂੰ ਇੱਕ ਗੱਲ ਬੜੀ ਖੂਬਸੂਰਤ, ਤੇ ਮੈਂ ਉਹਨੂੰ ਪੜ੍ਹ ਕੇ ਤੇ ਫਿਰ ਅਸੀਂ ਉਹਨੂੰ ਅੱਗੇ ਟੁਰਨੇ ਹਾਂ। ਉਹ ਕਹਿੰਦੇ ਨੇ ਕਿ ਹਰ ਬੰਦਾ ਜਿਹੜਾ ਹੈ ਉਹ ਆਪਣੀ ਜਿਨਸ ਵੱਲ ਵਾਪਸ ਜਾਂਦਾ। ਮੈਂ ਉਹਨੂੰ ਉਹਦਾ ਪੇਜ ਜਿਹੜਾ ਪੇਜ ਨੰਬਰ 17 ਹੈ, ਇਹ ਪੜ੍ਹਨਾ ਸੀ ਕਹਾਣੀ ਤੋਂ ਪਹਿਲੇ ਮੈਨੂੰ ਲੱਗਿਆ ਕਿ ਜ਼ਰੂਰੀ ਹੈ, ਔਰ ਫਿਰ ਅਸੀਂ ਥੋੜਾ ਹੋਰ ਅੱਗੇ ਚੱਲਨੇ। वो कहते हैं कि यकीनन हर जिन्स को अपनी जिन्स से ज़ौक़ होता है। देखो, जुज़्व का ज़ौक़ अपने कुल से होता है, या शायद वो चीज़ जिन्स को कबूल करने वाली है जब उस जिन्स से मिले उस जिन्स की हो जाए। जैसे पानी और रोटी हमारी जिन्स का न था, हमारी जिन्स बन गया और हम में इजाफा कर दिया, और अगर गैर जिन्स से हमारा ज़ौक़ होगा तो वो शायद हमारी जिन्स से मुनासबत रखता हो। अगे वो मिसाल दस देने कि परिंदे को अगर सीटी से लुत्फ आता है जब वो अपनी जिन्स को नहीं पाता भाग जाता है, प्यासे को अगर शराब से ज़ौक़ आता है जब उसमें पहुंचता है भागता है पानी की जुस्तजू करता है, मुफलिस अगर खोटे सिक्के से खुश होता है लेकिन वो टकसाल में जाकर बेकदर हो जाता है, खबरदार कोई मलमा साज तुझे रास्ते न से ना भटकाए, खबरदार कज ख्याली तुझे कुएं में ना गिराए। ਇਹ ਜਿਹੜਾ ਆਖਰੀ ਜੁਮਲਾ ਉਹਨਾਂ ਦਾ ਕੂਏ में ना गिराए, ਇੱਥੋਂ ਉਹ ਤੁਹਾਨੂੰ ਕਿਸੇ ਹੋਰ ਜਗ੍ਹਾ ਲੈ ਕੇ ਜਾਂਦੇ ਨੇ। ਔਰ ਅਗਲਾ ਜੁਮਲਾ ਉਹਨਾਂ ਦਾ ਹੈਗਾ, इस किस्से को कलीला दमना में तलाश कर और इस किस्से में अपना हिस्सा तलब कर। तूने कलीला में पढ़ा होगा लेकिन वो छिलका और अफसाना था, ना कि जान का मगज। ਇਹ ਪਹਿਲੀ ਮਸਨਵੀ ਦੀ ਕਿਤਾਬ ਹੈ ਉਹਨਾਂ ਦੀ, ਉਹਦੇ ਚ ਕਹਿੰਦੇ ਪਏ ਨੇ ਜੀ ਤੂੰ ਕਲੀਲਾ ਤੇ ਦਮਨਾ ਨੂੰ ਜਿਹੜਾ ਹੈ ਉਹਨੂੰ ਦੇਖ। ਹੁਣ ਕਲੀਲਾ ਦਮਨਾ ਜੇ ਤੁਸੀਂ ਦੇਖੋ ਤਾਂ ਕਲੀਲਾ ਦਮਨੇ ਦੀ 5 ਕਿਤਾਬਾਂ ਨੇ,
ਉਹਦੀ ਪਹਿਲੀ ਕਿਤਾਬ ਹੈਗੀ ਹੈ ਲਾਸ ਆਫ ਫਰੈਂਡਸ, ਜਿਲੇ ਤੁਹਾਡਾ ਯਾਰ ਵਿਛੜ ਜਾਵੇ। ਔਰ ਉਹ ਉਹਦੇ ਵਿੱਚ ਅਗਲੀ ਜੀ ਕਹਾਣੀ ਜਿਹੜੀ ਹੈ ਬੜੀ ਸ਼ਾਇਦ ਇੰਨੀ ਲੰਮੀ ਨਹੀਂ ਹੈਗੀ, ਮੈਂ ਹੁਣ ਕਹਾਣੀ ਪਹਿਲੇ ਪੜ੍ਹ ਦੇਣਾ, ਜਿਹੜੀ ਕਲੀਲਾ ਦਮਨਾ 'ਚ ਲਿਖੀ ਹੈ। ਕਲੀਲਾ ਦਮਨਾ 'ਚ ਇਹ ਕਹਾਣੀ ਲਿਖੀ ਹੈ ਕਿ ਇੱਕ ਸ਼ੇਰ ਸੀ ਔਰ ਉਹ ਜੰਗਲ ਦਾ ਬਾਦਸ਼ਾਹ ਸੀ, ਔਰ ਉਹਦਾ ਇੱਕ ਯਾਨੀ ਉਹ ਆਪਣੇ ਜਾਨਵਰਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦਾ ਸੀ। ਜਿਸ ਲਈ ਵੀ ਦਿਲ ਕਰਦਾ ਸੀ ਕਿਸੇ ਜਾਨਵਰ ਨੂੰ ਫੜਦਾ ਸੀ ਤੇ ਖਾ ਜਾਂਦਾ ਸੀ, ਔਰ ਸਾਰੇ ਜਾਨਵਰ ਬੜੀ ਕੋਸ਼ਿਸ਼ ਕਰਦੇ ਸੀ ਉਹਦੇ ਨਾਲ ਕੋਈ ਮਾਮਲਾ ਕਰਨ ਦੀ, ਮਗਰ ਉਹ ਕਾਬੂ 'ਚ ਨਹੀਂ ਆਉਂਦਾ ਸੀ। ਉਹ ਜਿਸ ਲਈ ਵੀ ਜਾਂਦਾ ਸੀ, ਕਦੇ ਹਿਰਨ ਨੂੰ ਖਾ ਲੈਂਦਾ ਸੀ, ਕਦੇ ਬੈਲ ਨੂੰ ਖਾ ਲੈਂਦਾ ਸੀ, ਥੋੜਾ ਖਾਣਾ ਬਾਕੀ ਛੱਡ ਦੇਣਾ, ਤੇ ਉਹ ਕਾਫੀ ਜਾਨਵਰ ਉਹਦੇ ਨਾਲ ਪਰੇਸ਼ਾਨ ਸੀ। ਅਸੀਂ ਸਾਰੇ ਜਾਨਵਰ ਇਕੱਠੇ ਹੋਏ ਤੇ ਉਹ ਸ਼ੇਰ ਕੋਲ ਗਏ ਤੇ ਉਹਨੇ ਕਿਹਾ ਵੀ ਗੱਲ ਹੈ ਕਿ ਇੰਨੇ ਹੀ ਸਾਨੂੰ ਜਿਹੜਾ ਨਾ ਉਹ ਸਾਨੂੰ ਵਾਰੇ ਨਹੀਂ ਖਾਂਦਾ ਪਿਆ, ਸਾਡੇ ਨਾਲ ਤੂੰ ਨੈਗੋਸ਼ੀਏਟ ਕਰ ਲੈ। ਉਹਨੇ ਕਿਹਾ ਅੱਛਾ ਕਿਸ ਨਾਲ ਨੈਗੋਸ਼ੀਏਟ ਕਰਨਾ? ਅੱਛਾ ਅਸੀਂ ਉਹਨੇ ਇਸ ਤਰ੍ਹਾਂ ਕਰਨੇ ਆ ਕਿ ਰੋਜ਼ ਤੈਨੂੰ 10 ਵਜੇ ਤੈਨੂੰ ਇੱਥੇ ਖਾਣਾ ਤੇਰਾ ਪਹੁੰਚ ਜਾਇਆ ਕਰੇ, ਤੇ 10 ਵਜੇ ਤੋਂ ਲੇਟ ਨਹੀਂ ਹੋਇਆ ਕਰੇਗਾ, 10 ਵਜੇ ਤੇਰਾ ਰੋਟੀ ਇੱਥੇ ਪਹੁੰਚ ਜਾਏਗੀ। ਜਿਹੜਾ ਜਾਨ ਇੱਕ ਸਾਡੀ ਜਿਹੜੀ ਸਪੀਸ਼ੀ ਹੈ ਉਹਦੇ 'ਚ ਇੱਕ ਜਾਨਵਰ ਆਏਗਾ ਤੇ ਤੈਨੂੰ ਆ ਕੇ ਸੁਬਾਹ ਹਾਜ਼ਰੀ ਦੇਗਾ ਔਰ ਤੂੰ ਉਹਨੂੰ ਖਾ ਜਾਇਆ ਕਰੀ। ਉਹਨੇ ਕਿਹਾ ਠੀਕ ਹੈ। ਕਲੀਲਾ ਦਮਨੇ ਬਹਿਸ ਕੋਈ ਨਹੀਂ ਹੈਗੀ, ਮਗਰ ਕਲੀਲਾ ਦਮਨੇ ਸਿਰਫ ਇਹ ਹੋ ਰਿਹਾ ਹੈ ਕਿ ਬਾਦਸ਼ਾਹ ਕਹਿੰਦਾ ਪਿਆ ਕਿ ਜੀ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਲੈਣਾ, ਅਗਰ 10 ਵਜੇ ਤੋਂ ਲੇਟ ਹੋਏਗਾ ਤੇ ਫਿਰ ਜੋ ਕਨਸੀਕੁਐਂਸਿਸ ਹੋਣਗੇ ਯੂ ਹੈਵ ਟੂ ਬੀਅਰ ਇਟ। ਤੇ ਉਹ ਜਾਨਵਰ ਕਹਿੰਦੇ ਨੇ ਠੀਕ ਹੈ। ਜਾਨਵਰ ਪਹਿਲੇ ਦਿਨ ਹਿਰਨ ਭੇਜਦੇ ਨੇ, ਫਿਰ ਉਹ ਗਾਂ ਭੇਜਦੇ ਨੇ, ਫਿਰ ਉਹ ਕੋਈ ਛੋਟਾ ਜਿਹਾ ਹਾਥੀ ਭੇਜਦੇ ਨੇ। ਇਸ ਨਾਲ ਚੱਲਦੇ ਚੱਲਦੇ ਵਾਰੀ ਆ ਜਾਂਦੀ ਹੈ ਖਰਗੋਸ਼ ਦੀ। ਖਰਗੋਸ਼ ਸਾਰੇ ਇਕੱਠੇ ਹੁੰਦੇ ਨੇ, ਉਹ ਕਹਿੰਦੇ ਨੇ ਯਾਰ ਸਾਡੇ ਚੋਂ ਸਿਆਣਾ ਕੌਣ ਹੈ? ਉਹ ਕਹਿੰਦੇ ਸਾਡਾ ਇੱਕ ਬਾਬਾ ਖਰਗੋਸ਼ ਹੈਗਾ, ਉਹ ਲੱਭੋ। ਉਹ ਬਾਬੇ ਖਰਗੋਸ਼ ਕੋਲ ਜਾਂਦੇ ਨੇ ਕਿ ਬਈ ਇਹ ਮਸਲਾ ਹੈ, ਅੱਜ ਵਾਰੀ ਸਾਡੀ ਸਪੀਸ਼ੀ ਦੀ ਹੈ ਤੇ ਤੂੰ ਅੱਗੇ ਦੱਸ ਕੀ ਕਰਨਾ। ਉਹਨੇ ਕਿਹਾ ਠੀਕ ਹੈ, ਤੁਹਾਨੂੰ ਤੇ ਕਿਹਾ ਸੀ ਬਾਬਿਆਂ ਦੇ ਬਗੈਰ ਕੰਮ ਨਹੀਂ ਚੱਲਦਾ। ਜਿਹੜੇ ਜਵਾਨਾਂ ਦਾ ਕੰਮ ਜਵਾਨਾਂ ਦਾ ਹੈ, ਮਗਰ ਬਾਬਿਆਂ ਦਾ ਕੰਮ ਬਾਬਿਆਂ ਦਾ। ਉਹ ਬਾਬੇ ਹੀ ਹੱਲ ਕਰ ਸਕਦੇ ਨੇ, ਦੂਸਰੇ ਨਹੀਂ ਹੱਲ ਕਰ ਸਕਦੇ। ਕਿ ਠੀਕ ਹੈ ਬਾਬਾ ਖਰਗੋਸ਼ ਜੀ ਤੁਸੀਂ ਅੱਗੇ ਤੇ ਅਸੀਂ ਪਿੱਛੇ ਪਿੱਛੇ। ਬਾਬੇ ਖਰਗੋਸ਼ ਨੇ ਕਿਹਾ ਟਾਈਮ ਕਿੰਨੇ? ਮੈਂ ਕਿਹਾ 10 ਵਜੇ ਦਾ। ਉਹਨੇ ਕਿਹਾ ਠੀਕ, ਬਸ ਹੁਣ ਤੁਸੀਂ ਪਿੱਛੇ ਹੋ ਜਾਓ, ਮੈਨੂੰ ਦੇਖੋ ਬਾਬਾ ਕਿਸ ਨਾਲ ਕੰਮ ਕਰਦਾ। ਬਾਬੇ ਨੇ 10 ਵਜੇ ਦਾ ਟਾਈਮ ਲਗਾਇਆ, 11 ਵਜੇ ਦਾ ਲਗਾਇਆ, 12 ਵਜੇ ਦਾ ਲਗਾਇਆ, 1 ਵਜ ਗਈ। ਬਾਬਾ 1 ਵਜੇ ਚੱਲਦੇ ਚੱਲਦੇ ਆਰਾਮ ਨਾਲ ਡਿੱਗਦੇ ਡਿੱਗਦੇ ਸ਼ੇਰ ਦੇ ਕੋਲ ਆ ਗਿਆ। ਸ਼ੇਰ ਨੇ ਕਿਹਾ ਵੀ ਇਹ ਟਾਈਮ ਹੈ ਤੇਰੇ ਆਉਣ ਦਾ? ਤੈਨੂੰ 10 ਵਜੇ ਦਾ ਟਾਈਮ ਦਿੱਤਾ, ਤੁਸੀਂ 1 ਵਜੇ ਆਉਂਦੇ ਪਏ ਹੋ। ਜੀ ਅਸੀਂ ਤੇ ਮਜ਼ਲੂਮ ਹੈ ਇਸ ਵੇਲੇ। ਜੀ ਕਿਵੇਂ ਮਜ਼ਲੂਮ ਹੋ ਤੁਸੀਂ? ਉਨਕੋ ਜੀ ਦੇਖੋ, ਇੱਕ ਤੁਸੀਂ ਸ਼ੇਰ ਹੋ ਤੇ ਫੇਰ ਤੇ ਵਾਰੇ ਖਾਂਦਾ ਸੀ, ਇੱਥੇ ਇੱਕ ਹੋਰ ਸ਼ੇਰ ਆ ਗਿਆ, ਉਹ ਕਹਿੰਦਾ ਪਹਿਲੇ ਮੇਰੇ ਕੋਲ ਹਾਜ਼ਰੀ ਦਿਓ, ਹੁਣ ਤੁਹਾਡੇ ਕੋਲ ਆਈਏ ਜੀ ਉਹਦੇ ਕੋਲ ਜਾਈਏ ਅਸੀਂ? ਪਹਿਲੇ ਤੇ ਇਹ ਫੈਸਲਾ ਤੁਸੀਂ ਕਰੋ, ਅਸੀਂ ਕਿਵੇਂ ਜੀ? ਉਹਨੇ ਕਿਹਾ ਕੀ ਮਤਲਬ? ਉਹਨੇ ਕਿਹਾ ਰਸਤੇ 'ਚ ਮੈਂ ਤੇ ਤੁਹਾਡੇ ਨਾਲ ਆਪਣੇ ਨਾਲ ਇੱਕ ਹੋਰ ਨੂੰ ਵੀ ਖਰਗੋਸ਼ ਨੂੰ ਨਾਲ ਲੈ ਕੇ ਆ ਰਿਹਾ ਸੀ, ਤਾਂ ਕਿ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਤੁਹਾਡੀ ਖੁਰਾਕ ਦਾ ਇੰਤਜ਼ਾਮ ਕਰੀਏ। ਔਰ ਰਸਤੇ 'ਚ ਇੱਕ ਸ਼ੇਰ ਮਿਲਿਆ, ਉਹਨੇ ਮੇਰੇ ਨਾਲ ਦੇ ਜਿਹੜਾ ਸੀ ਖਰਗੋਸ਼ ਉਹਨੂੰ ਖਾ ਲਿੱਤਾ, ਮੈਂ ਇਕੱਲਾ ਜ਼ਖਮੀ ਹੋ ਕੇ ਤੁਹਾਡੇ ਕੋਲ ਆ ਗਿਆ। ਕਹਿ ਲਿਓ ਸ਼ੇਰ ਨਾਲ ਤੇ ਮੱਥਾ ਲਾਓ ਤੁਸੀਂ, ਫਿਰ ਸਾਡੇ ਨਾਲ ਵੀ ਗੱਲ ਕਰ ਲੈਣ। ਉਹਨੇ ਕਿਹਾ ਗੱਲ ਤੇ ਤੇਰੀ ਸਹੀ ਹੈ, ਇੱਕ ਜੰਗਲ ਦੇ ਇੱਕੋ ਸ਼ੇਰ ਰਹਿ ਸਕਦਾ। ਚੱਲੀਏ। ਉਹ ਉਹਦੇ ਕੋਲ ਚੱਲ, ਤੂੰ ਅੱਗੇ ਅੱਗੇ ਤੇ ਮੈਂ ਪਿੱਛੇ ਪਿੱਛੇ। ਉਹ ਉਹਦੇ ਨਾਲ ਚੱਲਦੇ ਚੱਲਦੇ ਤੇ ਉਹ ਇੱਕ ਜਿਹੜਾ ਨਾ ਖੂਹ ਦੇ ਕੋਲ ਲੈ ਆਇਆ। ਖੂਹ ਦੇ ਕੋਲ ਲੈ ਕੇ ਤੇ ਉਹ ਖਰਗੋਸ਼ ਨੇ ਕਿਹਾ, ਜਿਹੜਾ ਬਾਬਾ ਖਰਗੋਸ਼ ਨੇ, ਉਹਨੇ ਕਿਹਾ ਜੀ ਇਹਦੇ ਵਿੱਚ ਬੰਦ ਰਹਿੰਦਾ, ਉਹ ਨਜ਼ਰ ਉੱਤੇ ਖਲੋ ਕੇ ਥੱਲੇ ਨਜ਼ਰ ਮਾਰੋ ਨਾ ਜ਼ਰਾ। ਉਹ ਜਿਹੜੇ ਸ਼ੇਰ ਉਹਦੇ ਕੋਲ ਗਿਆ, ਦੇਖਿਆ ਥੱਲੇ ਤੇ ਇੱਕ ਹੋਰ ਸ਼ੇਰ ਬੈਠਾ ਸੀ ਪਾਣੀ ਦੇ ਵਿੱਚ। ਉਹਨੇ ਕਿਹਾ ਭਾਈ ਤੂੰ ਕੌਣ ਹੈ? ਉਹਨੇ ਕਿਹਾ ਤੂੰ ਕੌਣ? ਮੈਂ ਸ਼ੇਰ। ਉਹਨੇ ਕਿਹਾ ਮੈਂ ਵੀ ਸ਼ੇਰ। ਉਹਨੇ ਕਿਹਾ ਇੱਕ ਜੰਗਲ ਇੱਕੋ ਹੀ ਸ਼ੇਰ? ਉਹਨੇ ਕਿਹਾ ਇੱਕ ਜੰਗਲ ਇੱਕੋ ਹੀ ਸ਼ੇਰ? ਉਹਨੇ ਕਿਹਾ ਸਾਰੀ ਨਹੀਂ ਗੱਲ ਚੰਗੀ, ਇਹ ਤੇ ਛਾਲ ਮਾਰ ਕੇ ਤੈਨੂੰ ਮਾਰਨਾ ਪੈਣਾ। ਉਹਨੇ ਉਹ ਦੇਖ ਕੇ ਥੱਲੇ ਛਾਲ ਮਾਰਤੀ, ਪਾਣੀ ਚੋਂ ਕੇ ਡੂੰਘਾ ਸੀ ਤੇ ਉਹ ਜਨਾਬ ਉਹ ਥੱਲੇ ਚਲਾ ਗਿਆ। ਹੁਣ ਉਹ ਆਪਣੇ ਦੂਜੇ ਸ਼ੇਰ ਨੂੰ ਲੱਭਦਾ ਪਿਆ ਤੇ ਉਤਲਾ ਜਿਹੜਾ ਬਾਬਾ ਖਰਗੋਸ਼ ਹੈ ਉਹ ਤੇ ਨੱਚਦਾ ਪਿਆ ਕਿ ਚਲੋ ਜੀ ਤੁਹਾਡੇ ਵਾਲਾ ਸ਼ੇਰ ਤੇ ਮੁੱਕ ਗਿਆ, ਹੁਣ ਅੱਜ ਤੋਂ ਅਸੀਂ ਆਜ਼ਾਦ ਹੋ। ਔਰ ਪੰਚਤੰਤਰਾ ਜਾਂ ਕਲੀਲਾ ਵ ਦਮਨਾ ਜਿਹੜਾ ਅਰਬੀ ਦਾ ਤਰਜਮਾ ਸੀ, ਉਹਦੇ ਚ ਕਿਹਾ ਜਾਂਦਾ ਹੈ ਕਿ ਤੁਸੀਂ ਵਾਈਜ਼ ਜਾਂ ਇੱਕ ਓਲਡ ਬੰਦਾ ਸਮਝ ਲਵੋ, ਜਿਹਨੇ ਕੋਈ ਵਿਜ਼ਡਮ ਸਿੱਖੀ ਹੈ, ਉਹਦੀ ਤੁਹਾਨੂੰ ਕਿੰਨੀ ਜ਼ਿਆਦਾ ਜ਼ਰੂਰਤ ਹੈ, ਉਹ ਤਾਕਤ ਨੂੰ ਵੀ ਸੁਪਰਸੀਡ ਕਰ ਲੈਂਦਾ। ਔਰ ਇਸ ਕਹਾਣੀ ਨੂੰ ਮੌਲਾਨਾ ਜਿਹੜੇ ਨੇ, ਇਸ ਸ਼ਾਇਦ ਮੈਨੂੰ 2 ਜਾਂ 3 ਮਿੰਟ ਲੱਗੇ ਹੋਣ, 4 ਮਿੰਟ ਲੱਗੇ ਹੋਣਗੇ। ਖੂਬਸੂਰਤ ਗੱਲ ਇਹ ਵੇ ਕਿ ਕਲੀਲਾ ਵ ਦਮਨਾ ਜਾਂ ਜਿਹੜਾ ਉਹਦਾ ਸੰਸਕ੍ਰਿਤ ਦਾ ਕਿਤਾਬ ਲਿਖੀ ਹੈ,
वो तकरीबन लिखी गई है आज तो 2500 साल पहले, और वो लिखी गई है एक पंडित साहब ने। और कितना सा को टाइम हो रहा है, 5 मिनट है ने, हाँ दैट्स ओके, मैं फिर उन समेट पैना। वो लिखी गई है एक पंडित साहब ने 2500 साल पहले। एक बादशाह ने, बादशाह के 3 पुत्र, और उन्हें आख्या कि जी मैं, मेरे 3 पुत्र लल्ले ने, किसी काम दे नहीं, और मैं नहीं लगता कि मैं इन्हों बादशाहत किसी ने सपुर्द कर सका। और अपने वजीरां ने पूछा कि जी इतने जी बादशाह गरी है, हुकूमत करी है, ये अगर कोई बंदा समझदार होवे अंदर कोई यही शै होवे तो उन्होंने 20-20 साल लगते हैं समझना से कि बादशाह गरी की शै होंगी। तो उन्हें कहा इत्थे एक पंडित रहिंदा है जंगल विच, ਉਹਨੇ ਜਿਹੜਾ ਨਾ ਉਹਨੂੰ ਅਗਰ ਤੁਸੀਂ ਭੇਜੋ ਬੱਚਿਆਂ ਕੋਲੋਂ, ਬੱਚਿਆਂ ਨੂੰ ਉਹਨਾਂ ਕੋਲ ਭੇਜੋ ਤੇ ਉਹ ਸ਼ਾਇਦ ਤੁਹਾਨੂੰ ਸਮਝਾ ਸਕਣ। तो लिखते हैं कि वो पंडित साहब ने एक किताब लिखी जिहदे 5 हिस्से सी, 5 तंत्रा यानी 5 हिस्से ने, और 5 जो पहली किताब का नाम सी लॉस ऑफ फ्रेंड्स, यानी जे तुहाडा बंदा विछड़ जावे ते वो हुंदा। ते ओहदे ते उन्होंने अगों फिर दस्सिया कि किवें तुसीं एक बच्चे नूं इह समझा सकदे हो कि वो किस तरह जिंदगी नूं उहने फेस करना है, अपने उत्ते काम किस तरह करना है, और किस तरह वो जमाने को समझ सकता है, या अपने अंदर जो कुछ वो खजाना लुकिया है उस खजाने को किस तरह लभ सकता है। और मौलाना इस स्टोरी को अगे जरा टाइटल देंदे ने वो बहुत खूबसूरत है। वो कहते हैं कि मैं तुहानूं समझावांगा कि तवक्कल की हैगा, ते तुसीं अपनी जद्दोजहद नूं तर्क करना, आया वो तवक्कल हैगा। तुसीं समझ दो कि तवक्कल हैगा कि तुसीं कोई कोशिश नहीं करनी, कोई काम नहीं करना। मैं इत्थे फिर उस गल ते जावांगा जे सानू साडे उस्ताद उज़ैर अब्दुल्ला साहब समझाते हैं कि इत्थे सारी तुसी आए हो अपनी फ्री विल एक्सरसाइज करना, और तुसी फ्री विल एक्सरसाइज इस तरह करनी है कि तुसी वो अपने उस्ताद नूं लभना जिहड़ा तुहानूं पॉलिश करे, दसे कि अपने आप नूं किवें तुसी पॉलिश करना है और किवें चीज़ां तुसी चलना है। और मौलाना तकरीबन इस सिर्फ यह गल समझाने से तकरीबन मसनवी के 50 सफ़े इस चीज़ के उत्ते उन्होंने लगाए, इस कहानी को समझाना सी, जी वैसे मैं तुहानूं 3 मिनटां ही समझाई है या 4 मिनटां ही दसी है, और 5 तंत्रा भी तुसीं जाओगे तो शायद एक सफ़े से ज्यादा नहीं एक्सटेंड कर दी हो। मौलाना ने अपनी पहली किताब 113 नंबर सफ़े तो शुरू हो तो तकरीबन 160 नंबर सफ़े तक वो इस कहानी को तुहानूं समझाएंगे कि शेर एक पासे खलोएगा और शेर कहेगा कि जी मैं करके खानी, मैं करके शिकार करना, मैं जद्दोजहद करनी है, और जिन्हें जानवर ने वो कहेंगे तू तू तवक्कल कर, तू बिल्कुल जद्दोजहद ना कर, तू बह इत्थे और इत्थे बह के तेन रोटी लभेगी, तू मैं वो फिर वो मिसालां देणगे तवक्कल दी, वो मिसालां सन देणगे ओहो जी कि तुसीं आराम नाल घर बवो, तकदीर ते बिल्कुल काने हो जाओ, जो तकदीर हैगा उते अमल उते ਉਹਨੂੰ ਆਮਨਾ ਸਦਕ ਨਾ ਕਹੋ ਤੇ ਕੋਈ ਕੋਸ਼ਿਸ਼ ਨਾ ਕਰੋ। और मौलाना ਤੁਹਾਨੂੰ ਦੂਜੇ ਪਾਸੇ ਦੱਸਣਗੇ ਕਿ ਕੋਸ਼ਿਸ਼ ਕਿੰਨੀ ਜ਼ਰੂਰੀ ਹੈ। ਕੋਸ਼ਿਸ਼ ਦੇ ਬਗੈਰ ਤੁਸੀਂ ਮੌਲਾਨਾ ਚੂੰਕਿ ਤੁਹਾਨੂੰ ਇੱਕ ਸੂਫੀ ਲਿਟਰੇਚਰ ਦੇ ਹਵਾਲੇ ਤੁਹਾਨੂੰ ਦੱਸਦੇ ਨੇ, ਔਰ ਹੈਰਾਨਕੁਨ ਗੱਲ ਹੈਗੀ ਹੈ ਤੁਹਾਨੂੰ ਮੌਲਾਨਾ ਇਹ ਦੱਸਣਗੇ ਕਿ ਤਵੱਕਲ ਦੇ ਕੀ ਮਾਨੀ ਨੇ, ਜਦੋਜਹਦ ਦੇ ਕੀ ਮਾਨੀ ਹੈ, ਤੁਸੀਂ ਜਦੋਜਹਦ ਕਰਕੇ ਕੀ ਲੱਭੋਗੇ और तवक्कल करके की गवाओगे, या तवक्कल की हैगा है। तवक्कल है कि तुसी बह जाओ तो कोई कोशिश ना करो, तवक्कल है कि तुसी फ्रंट फेस ना करो। मगर मैं चाहांगा आज साडे कोल बड़ा टाइम चुके थोड़ा, बस मैं तुहाडे कोल एक जानदी दी एक छोटी जी कहानी को सुनाना चाहांगा। वी हैव 3-4 मिनट्स। ओके, साडे को उस्ताद बहुत जिस नाल असीं प्यार करने हैं सैयद उज़ैर अब्दुल्ला कादरी साहब, ऐसे साडे उस्ताद अहमद जवेद साहब ने उन्होंने एक बड़ी सोहनी पिछे एक लगाया एक अपना लैक्चर जो उन्होंने अर्ज किया कि जो अगला टाइम आ रहा है वो सानू टैक्नोलॉजी जी है वो जेनेटिक इंजीनियरिंग है, और दूसरी गल बड़ी उन्होंने खूबसूरत कही कि हुण मौत का भी इलाज करने के उत्ते काम हो रहा, यानी असी इमोर्टल स्पीशीयल बनन जा रहे। फेयर इनफ।
ਮਗਰ ਉਹ ਸਾਡੇ ਇੱਕ ਹੋਰ ਦੋਸਤ ਨੇ, ਉਹਨਾਂ ਨੇ ਬੜੀ ਖੂਬਸੂਰਤ ਚੀਜ਼ ਉਹਦੇ ਅਗੇਂਸਟ ਮੇਰੇ ਸਾਹਮਣੇ ਰੱਖੀ। ਮੈਂ ਚਾਹਾਂਗਾ ਕਿ ਉਹਨੂੰ ਵੀ ਕਹਾਣੀ ਦੀ ਸ਼ਕਲ ਤੁਹਾਨੂੰ ਪੇਸ਼ ਕਰਾਂ, ਦੱਸਾਂ ਤੁਹਾਨੂੰ ਮੈਂ। ਉਹਨੇ ਕਿਹਾ, ਮੈਨੂੰ ਪੁੱਛਿਆ ਕਿ ਤੂੰ ਮੰਤਕ ਉਤੈਰ ਪੜ੍ਹੀ ਹੈ? ਮੈਂ ਕਿਹਾ ਹਾਂ ਪੜ੍ਹੀ ਹੈ ਮੰਤਕ ਉਤੈਰ, ਕਈ ਦਫਾ ਪੜ੍ਹੀ, ਕਈ ਦਫਾ ਅਸੀਂ ਦੋਸਤਾਂ ਨੇ ਡਿਸਕਸ ਕੀਤੀ। ਉਹਨੇ ਕਿਹਾ ਉਹਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਹੈ। ਉਹਨੇ ਕਿਹਾ, ਮੈਂ ਕਿਹਾ ਸੁਣਾਓ ਜਰਾ ਮੈਨੂੰ ਤੁਸੀਂ। ਉਹਨੇ ਕਿਹਾ ਜੀ, ਇੱਕ ਬਾਬਾ ਜਾ ਰਿਹਾ ਸੀ ਬਾਜ਼ਾਰ, ਤੇ ਉਹ ਬਾਜ਼ਾਰ ਜਾ ਰਿਹਾ ਸੀ ਤੇ ਇੱਕ ਬੰਦਾ ਸ਼ਹਿਦ ਵੇਚਦਾ ਪਿਆ ਸੀ, ਤੇ ਸ਼ਹਿਦ ਵੇਚਦਾ ਪਿਆ ਸੀ। ਤੇ ਉਹਨੇ ਕਿਹਾ ਜੀ ਕਿ ਮੈਂ ਸ਼ਹਿਦ ਤੇ ਵੇਚਣਾ, ਮੈਂ ਅੱਧੀ ਕੀਮਤ ਤੇ ਵੇਚਣਾ। ਉਹ ਬਾਬੇ ਨੇ ਉਹਨੂੰ ਕਿਹਾ ਕਿ ਵੀ ਤੂੰ ਅੱਧੀ ਕੀਮਤ ਤੇ ਨਾ ਮੈਨੂੰ ਮੁਫਤ ਦੇ ਦੇ। ਉਹਨੇ ਕਿਹਾ, ਦੇਖ ਬਈ, ਅੱਧੀ ਕੀਮਤ ਹੁੰਦੀ ਹੈ, ਮੈਂ ਮੁਫਤ ਦੇ ਬਾਜ਼ਾਰ ਦਾ ਦੁਕਾਨਦਾਰ ਨਹੀਂ ਹੈਗਾ। ਮੁਫਤ ਦਾ ਦੁਕਾਨਦਾਰ, ਮੁਫਤ ਦਾ ਬਾਜ਼ਾਰ ਹੋਰ ਹੈ, ਮੁਫਤ ਦੀ ਮੰਡੀ ਹੋਰ ਹੈ। ਤੂੰ ਉੱਥੇ ਜਾ, ਉੱਥੇ ਬਾਜ਼ਾਰ ਹੀ ਕੋਈ ਦੁਕਾਨਾਂ ਸਜੀਆਂ ਹੋਣਗੀਆਂ ਜਿਹੜੀ ਮੁਫਤ ਦੇ ਬਾਜ਼ਾਰ ਦੀਆਂ ਮੁਫਤ ਦੀ ਦੁਕਾਨਾਂ ਹੋਣਗੀਆਂ। ਤੈਨੂੰ ਹੋ ਸਕਦਾ ਇਹ ਸੌਦਾ ਜਿਹੜਾ ਤੂੰ ਬਿਲਕੁਲ ਮੁਫਤ ਲੱਭਣਾ ਪਿਆ ਉੱਥੋਂ ਲੱਭ ਜਾਵੇ। ਉਹ ਬਾਬਾ ਸੋਚੀ ਪੈਂਦਾ, ਉਹ ਚਲਾ ਜਾਂਦਾ। ਮਗਰ ਉਸ ਵੇਲੇ ਅਵਤਾਰ ਲਿਖਦੇ ਨੇ ਕਿ ਆਵਾਜ਼ ਕਿਧਰੋਂ ਆਉਂਦੀ ਹੈ ਕਿ ਤੈਨੂੰ ਮੁਫਤ ਦਾ ਸੌਦਾ ਚਾਹੀਦਾ? ਹਾਂ ਤੈਨੂੰ ਦੇਵਾਂਗੇ ਮੁਫਤ ਦਾ ਸੌਦਾ। ਜੇ ਤੂੰ ਮੰਗਣ ਆਏਗਾ ਤੈਨੂੰ ਇਸ਼ਕ ਦਾ ਦਰਦ ਵੀ ਦੇਵਾਂਗੇ, ਔਰ ਬਿਲਕੁਲ ਮੁਫਤ ਹੈ, ਉਹਦੇ ਕੋਈ ਪੈਸੇ ਨਹੀਂ ਹੈਗੇ। ਮਗਰ ਉਹ ਅੱਗੇ ਚੱਲਦੀ ਬੜੀ ਮਜ਼ੇਦਾਰ ਗੱਲ ਕਰਦੇ। ਕਹਿੰਦਾ ਉਹ ਬਾਬਾ ਚੱਲਦਾ ਅੱਗੇ ਜਾਂਦਾ ਤੇ ਉਹਨੂੰ ਇੱਕ ਫਕੀਰ ਮਿਲਦਾ। ਉਹਨੂੰ ਕਹਿੰਦਾ, ਤੂੰ ਇਸ ਤਰ੍ਹਾਂ ਕਰ ਕੇ ਤੂੰ ਜਿਹੜਾ ਸਫ਼ਰ ਕਰਨਾ ਪਿਆ ਤੇ ਮੈਨੂੰ ਜਿਹੜਾ ਨਾ ਉਹ ਕੀ ਨਾਂ ਹੈ ਉਹਦਾ, ਮੈਨੂੰ ਆਪਣਾ ਸਾਥੀ ਬਣਾ ਲੈ। ਉਹ ਕਹਿੰਦਾ, ਮੈਂ ਤੈਨੂੰ ਸਾਥੀ ਕਿਵੇਂ ਬਣਾ ਲਾ? ਤੇਰੀ ਕੀ ਖਾਸ ਖਸੂਸੀਅਤ ਹੈ ਕਿ ਮੈਂ ਤੈਨੂੰ ਸਾਥੀ ਬਣਾ ਲਵਾਂ? ਉਹ ਕਹਿੰਦਾ, ਹਾਂ ਮੇਰੇ 'ਚ ਇੱਕ ਖਾਸ ਖਸੂਸੀਅਤ ਹੈ ਜਿਹੜੀ ਸ਼ਾਇਦ ਤੇਰੇ 'ਚ ਨਹੀਂ ਹੈਗੀ। ਉਹਨੇ, ਕੀ ਖਸੂਸੀਅਤ ਤੇਰੇ 'ਚ? ਉਹ ਕਹਿੰਦਾ, ਮੈਨੂੰ ਜਿਹੜਾ ਨਾ ਮੇਰੇ ਕੋਲ ਆਬੇ ਹਯਾਤ ਹੈਗਾ, ਔਰ ਆਬੇ ਹਯਾਤ ਮੈਂ ਪੀਤਾ ਹੈ, ਸੋ ਮੈਂ ਇਮੋਰਟਲ ਹਾਂ, ਮੈਨੂੰ ਮੌਤ ਨਹੀਂ ਹੱਥ ਲਾ ਸਕਦੀ। ਤੇ ਉਹ ਸਦਕੇ ਜਾਣ ਨੂੰ ਦਿਲ ਕਰਦਾ ਸੈਯਦ ਹਜ਼ਰਤ ਅਤਾਰ ਸਾਹਿਬ ਨੂੰ। ਉਹ ਕਹਿੰਦੇ ਨੇ ਕਿ ਉਹ ਬਾਬਾ ਕਹਿੰਦਾ ਥੋੜੀ ਦੇਰ ਸੋਚਦਾ ਹੈ, ਉਹ ਫਿਰ ਕਹਿੰਦਾ, ਨਹੀਂ ਮੈਂ ਤੇਰੇ ਕੋਲ ਵੱਧ ਹਾਂ। ਕਹਿੰਦਾ, ਮੈਂ ਇਮੋਰਟਲ ਹਾਂ, ਮੈਂ ਆਬੇ ਹਯਾਤ ਪੀਤਾ ਆ, ਤੂੰ ਮੇਰੇ ਕੋਲ ਵੱਧ ਕਿਸ ਨਾਲ ਹੋ ਸਕਦਾ? ਉਹ ਹੱਸਦਾ ਹੈ ਔਰ ਖਲੋ ਕੇ ਨੱਚਦਾ ਹੈ। ਉਹ ਕਹਿੰਦਾ, ਨਹੀਂ ਮੈਂ ਤੇਰੇ ਕੋਲ ਵੱਧ ਹਾਂ। ਕਿਵੇਂ ਵੱਧ ਹੈ? ਉਹ ਕਹਿੰਦੇ, ਇਸ ਵਾਸਤੇ ਕਿ ਤੇਰੇ ਕੋਲੋਂ ਕੁਦਰਤ ਨੇ ਖੋਹ ਲਿੱਤਾ ਹੈ ਕਿ ਤੂੰ ਆਪਣੀ ਜਾਨ ਕਿਸੇ ਤੇ ਕੁਰਬਾਨ ਕਰ ਸਕੇ। ਮੇਰੇ ਕੋਲ ਇਖਤਿਆਰ ਹੈਗਾ ਕਿ ਮੈਂ ਆਪਣੀ ਜਾਨ, ਆਪਣਾ ਮਾਲ, ਆਪਣੇ ਆਪ ਨੂੰ ਕਿਸੇ ਤੇ ਆਸ਼ਿਕ ਹੋ ਜਾਵਾਂ ਤੇ ਕੁਰਬਾਨ ਕਰ ਦਿਆਂ। ਤੂੰ ਮੈਨੂੰ ਕਰਕੇ ਦਿਖਾ ਕਿ ਤੈਨੂੰ ਕਿਸੇ ਤੇ ਇਸ਼ਕ ਹੋ ਗਿਆ ਤੇ ਆਪਣੀ ਜਾਨ ਕੁਰਬਾਨ ਕਰਕੇ ਦੇ। ਮਿਹਰਬਾਨੀ, ਬਹੁਤ ਸ਼ੁਕਰੀਆ। ਸ਼ੁਕਰੀਆ ਤੈਮੂਰ ਸਾਹਿਬ ਦਾ, ਸੁਨੀਸ ਦਾ, ਸਾਡੇ ਉਸਤਾਦ ਸੈਯਦ ਉਜ਼ੈਰ ਅਬਦੁੱਲਾ ਕਾਦਰੀ ਸਾਹਿਬ ਦਾ ਤੇ ਮੇਰੇ ਸੋਹਣੇ ਮੁਰਸ਼ਦ ਦਾ। अस्सलाम वालेकुम।